हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਬਾਰੇ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਵਾਰੀ ਸਵਾਲ ਆਏ ਹੋਣਗੇ ਤੇ ਇਹ ਸਵਾਲਾਂ ਦੇ ਆਨਸਰ ਅੱਜ ਸ਼ਾਇਦ ਤੁਹਾਨੂੰ ਮਿਲ ਜਾਣਗੇ। ਤੇ ਅੱਜ ਆਪਾਂ ਗੱਲ ਕਰਾਂਗੇ ਕੁਝ ਅਜਿਹੀਆਂ ਗੱਲਾਂ ਬਾਰੇ ਜਿਨ੍ਹਾਂ ਨੂੰ ਅਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ ਵਰਤਦੇ ਰਹਿੰਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਾਲਾਂ ਬਾਰੇ। ਸੋ ਕਦੇ ਸੋਚਿਆ ਕਿ ਗਾਲ ਦੀ ਖੋਜ ਵੀ ਕਿਸੇ ਨੇ ਕੀਤੀ ਹੋਵੇਗੀ? ਤੇ ਗਾਲ ਦੀ ਖੋਜ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਖੋਜ ਹੈ, ਕਿਉਂਕਿ ਗਾਲ ਦੀ ਖੋਜ ਨੇ ਬਹੁਤ ਵੱਡੇ ਯੁੱਧ ਤੇ ਵੱਡੀਆਂ ਲੜਾਈਆਂ ਖਤਮ ਕਰ ਦਿੱਤੀਆਂ। ਤੇ ਜੋ ਲੜਾਈਆਂ ਖੂਨ ਖਰਾਬੇ ਨਾਲ ਹੁੰਦੀਆਂ ਸੀ ਉਹ ਕਿਸੇ ਬੰਦੇ ਨੇ ਗਾਲਾਂ ਦੇ ਵਿੱਚ ਸਮੇਟ ਕੇ ਰੱਖ ਦਿੱਤੀਆਂ। ਸੋ ਮਨੁੱਖੀ ਸੱਭਿਅਤਾ ਦੇ ਵਿੱਚ ਪਹਿਲੀ ਵਾਰ ਕਿਸੇ ਬੰਦੇ ਨੇ ਆਪਣੇ ਦੁਸ਼ਮਣ ਵਿਰੁੱਧ ਹਿੰਸਾ ਤੇ ਹਥਿਆਰ ਵਰਤਣ ਦੀ ਥਾਂ ਗਾਲ ਕੱਢ ਕੇ ਹੀ ਕੰਮ ਸਾਰਿਆ ਹੋਵੇਗਾ। ਤੇ ਉਸ ਤੋਂ ਬਾਅਦ ਜਦੋਂ ਉਸ ਦਾ ਦੁਸ਼ਮਣ ਇਸ ਚੀਜ਼ ਨਾਲ ਦੁਖੀ ਹੋਇਆ ਤਾਂ ਉਸ ਵਕਤ ਫਿਰ ਗਾਲ ਦੀ ਖੋਜ ਹੋਈ, ਕਿਉਂਕਿ ਉਸ ਨੇ ਸ਼ਬਦਾਂ ਨਾਲ ਹੀ ਕਿਸੇ ਨੂੰ ਦੁਖੀ ਕਰ ਦਿੱਤਾ ਸੀ। ਸੋ ਗਾਲਾਂ ਕੱਢਣਾ ਮਨੁੱਖੀ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹੈ ਤੇ ਪੜਾਅ ਵੀ, ਤੇ ਇਹ ਪੜਾਅ ਅਜੇ ਵੀ ਚੱਲ ਰਿਹਾ ਹੈ। ਤੇ ਇਸ ਨੂੰ ਮਹੱਤਵਪੂਰਨ ਅੰਗ ਤੁਸੀਂ ਇਸ ਕਰਕੇ ਮੰਨ ਸਕਦੇ ਹੋ ਕਿ ਜੇਕਰ ਸਾਡੀ ਘਰੇ ਕਿਸੇ ਨਾਲ ਲੜਾਈ ਹੁੰਦੀ ਹੈ ਜਾਂ ਕਿਸੇ ਆਪਣੇ ਨਾਲ ਲੜਾਈ ਹੁੰਦੀ ਹੈ ਤਾਂ ਅਸੀਂ ਗਾਲਾਂ ਕੱਢ ਕੇ ਸਾਰ ਲੈਂਦੇ ਹਾਂ, ਪਰ ਜੇਕਰ ਗਾਲਾਂ ਨਾ ਹੁੰਦੀਆਂ ਤਾਂ ਸਿੱਧਾ ਸਿਰ ਪੜਾਈ ਹੋਣੀ ਸੀ ਤੇ ਮੌਤ ਵੀ ਹੋ ਸਕਦੀ ਸੀ। ਜਿਵੇਂ ਕਿ ਪਿੱਛੇ ਜੇ ਸਵਿਟਜ਼ਰਲੈਂਡ ਦੇ ਇੱਕ ਸ਼ਹਿਰ ਵਿੱਚ ਕੰਪਨੀ ਖੋਲੀ ਗਈ ਸੀ ਤੇ ਉੱਥੋਂ ਦੇ EMPLOYEES ਨੂੰ ਤੁਸੀਂ ਗਾਲਾਂ ਕੱਢ ਕੇ ਆਪਣੇ ਮਨ ਦਾ ਗਵਾਰ ਕੱਢ ਸਕਦੇ ਸੀ ਤੇ ਉੱਥੋਂ ਦੇ ਲੋਕ ਲਗਭਗ 1 ਮਿੰਟ ਦਾ $1 ਦੇ ਕੇ ਜਿਹੜੀ ਮਰਜ਼ੀ ਗਾਲ ਕੱਢ ਸਕਦੇ ਸੀ। ਤੇ ਗਾਲਾਂ ਕੱਢਣ ਵਾਲੇ ਦੀ ਮਰਜ਼ੀ ਸੀ ਕਿ ਉਹ ਚਾਹੇ ਤਾਂ ਉਸ ਦੀਆਂ ਗਾਲਾਂ ਔਰਤ ਵੀ ਸੁਣ ਸਕਦੀ ਸੀ। ਸੋ ਇਹ ਸੇਵਾ ਦਾ ਲਾਭ ਇੰਨੇ ਲੋਕਾਂ ਨੇ ਉਠਾਇਆ, ਆਮ ਕਰਕੇ ਕਈ ਦਿਨ ਪਹਿਲਾਂ ਆਪਣੀ ਵਾਰੀ ਬੁੱਕ ਕਰਾਉਣੀ ਪੈਂਦੀ ਸੀ। ਸੋ ਕਈ ਦੇਸ਼ਾਂ ਨੇ ਇਸ ਤਰ੍ਹਾਂ ਦਾ ਬਿਜ਼ਨਸ ਬਣਾਇਆ। ਤੇ ਕੋਈ ਸਮਾਂ ਸੀ ਜਦੋਂ ਗਾਲਾਂ ਕੇਵਲ ਜਵਾਨੀ ਮੂੰਹ ਨਾਲ ਸਾਹਮਣੇ ਆ ਕੇ ਹੀ ਕੱਢੀਆਂ ਜਾਂਦੀਆਂ ਸੀ, ਪਰ ਅੱਜ ਕੱਲ ਇਹ ਅਖਬਾਰਾਂ, ਰਸਾਲਿਆਂ, ਚਿੱਠੀ ਪੱਤਰਾਂ, ਟੈਲੀਫੋਨਾਂ ਤੇ ਇੰਟਰਨੈਟ ਰਾਹੀਂ ਇਹਨਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਸੋ ਮਨੋਵਿਗਿਆਨਿਕ ਤੌਰ ਤੇ ਗਾਲਾਂ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਕੱਢੀਆਂ ਜਾਂਦੀਆਂ ਨੇ। ਤੇ ਗਾਲਾਂ ਤੋਂ ਕੇਵਲ ਵਿਅਕਤੀ ਦੀ ਆਰਥਿਕ ਸਥਿਤੀ ਦਾ ਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ, ਸਗੋਂ ਗਾਲਾਂ ਦੇ ਨਾਲ ਦੋਹਾਂ ਵਿਅਕਤੀਆਂ ਦੇ ਆਪਸੀ ਰਿਸ਼ਤੇ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ ਕਿ ਉਹ ਅਸਲ ਵਿੱਚ ਕੀ ਸੋਚਦਾ ਹੈ। ਕਿਉਂਕਿ ਗਾਲ ਜਦੋਂ ਕੱਢੀ ਜਾਂਦੀ ਹੈ ਤਾਂ ਉਹ ਉਸੇ ਵਕਤ ਬਣਾਈ ਨਹੀਂ ਜਾਂਦੀ, ਉਹ ਆਪਣੇ ਆਪ ਨਿਕਲਦੀ ਹੈ। ਮਤਲਬ ਉਹ ਵਿਅਕਤੀ ਉਸ ਦੇ ਪ੍ਰਤੀ ਬਹੁਤ ਲੰਬੇ ਸਮੇਂ ਤੋਂ ਜ਼ਹਿਰ ਘੋਲ ਰਿਹਾ ਹੁੰਦਾ ਹੈ ਜੋ ਉਸ ਵਕਤ ਆਪਣੇ ਆਪ ਨਿਕਲਦੀ ਹੈ। ਤੇ ਸਾਇੰਸ ਅਨੁਸਾਰ ਜਿਵੇਂ ਹੱਸਣ ਜਾਂ ਰੋਣ ਨਾਲ ਸ਼ਾਂਤੀ ਮਿਲਦੀ ਹੈ, ਉਸੇ ਤਰ੍ਹਾਂ ਗਾਲਾਂ ਨਾਲ ਵੀ ਸ਼ਾਂਤੀ ਮਿਲਦੀ ਹੈ। ਤੇ ਜਿਹੜਾ ਵਿਅਕਤੀ ਇਹ ਦਾਅਵਾ ਕਰੇ ਕਿ ਉਸਨੇ ਕਦੇ ਗਾਲਾਂ ਨਹੀਂ ਕੱਢੀਆਂ, ਸਮਝ ਲਓ ਉਹ ਵਿਅਕਤੀ ਝੂਠਾ ਹੈ। ਤੇ ਪੁਰਸ਼ ਆਪਸ ਵਿੱਚ ਜਿੰਨੀਆਂ ਗਾਲਾਂ ਕੱਢਦੇ ਨੇ ਉਹਨਾਂ ਵਿੱਚੋਂ ਬਹੁ ਗਿਣਤੀ ਮਾਵਾਂ ਭੈਣਾਂ ਸੰਬੰਧੀ ਹੁੰਦੀਆਂ ਨੇ। ਤੇ ਇਸ ਦਾ ਕਾਰਨ ਇਹ ਹੈ ਕਿ ਹਰ ਵਿਅਕਤੀ ਦੀ ਇੱਜ਼ਤ ਦਾ ਮਾਪ ਤੋਲ ਉਸ ਦੀ ਮਾਂ ਭੈਣ ਦੀ ਹਿਫਾਜ਼ਤ ਨਾਲ ਜੁੜਿਆ ਹੁੰਦਾ ਹੈ। ਤੇ ਵਧੇਰੇ ਅਣਖੀਲਾ ਵਿਅਕਤੀ ਅਜਿਹੀਆਂ ਗਾਲਾਂ ਨੂੰ ਬਰਦਾਸ਼ਤ ਨਹੀਂ ਕਰਦਾ, ਪਰ ਘੱਟ ਅਣਖੀਲਾ ਵਿਅਕਤੀ ਅਜਿਹੀਆਂ ਗਾਲਾਂ ਨੂੰ ਕੇਵਲ ਉਸੇ ਸਥਿਤੀ ਤੇ ਮਹੱਤਤਾ ਦੇਵੇਗਾ ਤੇ ਵਿਰੋਧ ਕਰੇਗਾ ਜਦੋਂ ਉਸ ਨੂੰ ਗਾਲਾਂ ਪੈਂਦੀਆਂ ਦੂਜੇ ਲੋਕ ਦੇਖ ਲੈਣ। ਤੇ ਇਸ ਤੋਂ ਬਾਅਦ ਇੱਕ ਹੋਰ ਟਾਈਪ ਦਾ ਵਿਅਕਤੀ ਵੀ ਹੁੰਦਾ ਹੈ ਜੋ ਉਸ ਵਕਤ ਕਿਸੇ ਤਰ੍ਹਾਂ ਦਾ ਵੀ ਵਿਰੋਧ ਨਹੀਂ ਕਰਦਾ, ਬੇਸ਼ੱਕ ਉਸ ਨੂੰ ਲੋਕ ਦੇਖਣ ਜਾਂ ਨਾ। ਤੇ ਲੋਕਾਂ ਦੀ ਨਿਗਾਹ ਵਿੱਚ ਉਸ ਨੂੰ ਡਰਪੋਕ ਵੀ ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਉਹ ਵਿਅਕਤੀ ਉਸ ਵਕਤ ਕੋਈ ਜਵਾਬ ਨਹੀਂ ਦਿੰਦਾ, ਬਲਕਿ ਉਹ ਆਪਣੇ ਆਪ ਨੂੰ ਸਾਬਤ ਕਰਕੇ ਦਿਖਾਉਂਦਾ ਹੈ ਤੇ ਆਪਣਾ ਅਹੁਦਾ ਬਹੁਤ ਵੱਡਾ ਕਰ ਲੈਂਦਾ ਹੈ। ਤੇ ਅਜਿਹੇ ਵਿਅਕਤੀ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ, ਜਦ ਕਿ ਅਣਖੀਲੇ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਤੇ ਉਸ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੇ ਬੰਦੇ ਆਪਣੇ ਅਹੁਦੇ ਨੂੰ ਵੱਡਾ ਕਰਕੇ ਬਦਲਾ ਲੈ ਲੈਂਦੇ ਨੇ। ਅਸਲ ਵਿੱਚ ਅੱਜ ਕੱਲ ਬਹੁਤੀਆਂ ਲੜਾਈਆਂ ਪਹਿਲਾਂ ਗਾਲਾਂ ਤੋਂ ਹੀ ਸ਼ੁਰੂ ਹੁੰਦੀਆਂ ਨੇ, ਪਰ ਜੇਕਰ ਪਿਛਲੇ ਸਮੇਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਸੇਫ ਪੁਆਇੰਟ ਹੁੰਦਾ ਹੈ, ਕਿਉਂਕਿ ਪਹਿਲੇ ਸਮੇਂ ਵਿੱਚ ਸਿੱਧਾ ਸਿਰ ਪੜਾਈ ਹੁੰਦੀ ਸੀ, ਪਰ ਅੱਜ ਕੱਲ ਪਹਿਲਾਂ ਗਾਲਾਂ ਕੱਢੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਲੜਾਈ ਹੁੰਦੀ ਹੈ। ਕਈ ਵਾਰ ਗਾਲਾਂ ਦੇ ਨਾਲ ਹੀ ਸਰ ਜਾਂਦਾ ਹੈ। ਤੇ ਬੰਦਿਆਂ ਦੀਆਂ ਗਾਲਾਂ ਸਪਸ਼ਟ ਤੇ ਸਿੱਧੀਆਂ, ਪਰ ਔਰਤਾਂ ਦੀਆਂ ਆਪਸੀ ਗਾਲਾਂ ਦੂਜੀ ਇਸਤਰੀ ਦੇ ਪਤੀ, ਪੁੱਤਰ, ਭਰਾ ਦੇ ਮਰ ਜਾਣ ਦੀ ਕਾਮਨਾ ਵਾਲੀਆਂ ਹੁੰਦੀਆਂ ਨੇ। ਤੇ ਕਿਹਾ ਜਾਂਦਾ ਹੈ ਕਿ ਘੱਟ ਪੜ੍ਹੇ ਲਿਖਿਆਂ ਦੇ ਮੁਕਾਬਲੇ ਵਧੇਰੇ ਗਾਲਾਂ ਕੱਢਦੇ ਨੇ, ਪਰ ਬੇਸ਼ੱਕ ਪੜ੍ਹੇ ਲਿਖੇ ਉਹਨਾਂ ਨਾਲੋਂ ਘੱਟ ਗਾਲਾਂ ਕੱਢਦੇ ਨੇ, ਪਰ ਉਹ ਦੂਸਰਿਆਂ ਨੂੰ ਕੋਸਦੇ ਰਹਿੰਦੇ ਨੇ ਬਹੁਤ ਲੰਬੇ ਸਮੇਂ ਤੱਕ। ਤੇ ਕਦੇ ਵੀ ਗਾਲਾਂ ਦਾ ਅਸਰ ਉਦੋਂ ਹੁੰਦਾ ਹੈ ਜਦੋਂ ਉਸ ਦੀ ਮਾਂ ਬੋਲੀ ਵਿੱਚ ਕੱਢੀਆਂ ਜਾਣ। ਮਤਲਬ ਜੇਕਰ ਸਾਹਮਣੇ ਵਾਲਾ ਵਿਅਕਤੀ ਕਿਸੇ ਹੋਰ ਭਾਸ਼ਾ ਨੂੰ ਜਾਣਦਾ ਹੋਵੇ ਤੇ ਤੁਸੀਂ ਉਸ ਨੂੰ ਹੋਰ ਭਾਸ਼ਾ ਵਿੱਚ ਗਾਲਾਂ ਕੱਢੀ ਜਾਵੋ ਤਾਂ ਉਸ ਤੇ ਜ਼ਿਆਦਾ ਅਸਰ ਨਹੀਂ ਹੋਵੇਗਾ। ਤੇ ਇੱਕ ਸੀਮਾ ਤੱਕ ਗਾਲਾਂ ਕੱਢਣ ਦਾ ਸਿੱਟਾ ਚੰਗਾ ਹੁੰਦਾ ਹੈ, ਕਿਉਂਕਿ ਗਾਲਾਂ ਕੱਢਣ ਨਾਲ ਅਕਸਰ ਮਨੁੱਖ ਸ਼ਾਂਤ ਹੋ ਜਾਂਦਾ ਹੈ। ਪਰ ਲਗਾਤਾਰ ਜਿਹੜਾ ਬੰਦਾ ਗਾਲਾਂ ਕੱਢਦਾ ਰਹੇ ਉਹ ਮਾਨਸਿਕ ਰੋਗੀ ਹੋਣ ਦਾ ਇਸ਼ਾਰਾ ਸਮਝਿਆ ਜਾਣਾ ਚਾਹੀਦਾ ਹੈ। ਸੋ ਫਰਾਂਸੀਸੀ ਗਾਲਾਂ ਕੁਝ ਹੋਰ ਤਰੀਕੇ ਦੀਆਂ ਨੇ।
ਜਿਵੇਂ ਕਿ ਰੱਬ ਕਰੇ ਜਿਸ ਨੂੰ ਤੂੰ ਪਿਆਰ ਕਰਦਾ ਹੈ ਉਹ ਤੈਨੂੰ ਭੁੱਲ ਜਾਵੇ। ਮਤਲਬ ਇੱਕ ਬਾਦੂਆ ਦੀ ਤਰ੍ਹਾਂ ਉਹ ਲੋਕ ਗਾਲਾਂ ਕੱਢਦੇ ਨੇ ਤੇ ਇਹਨਾਂ ਬਾਰੇ ਹੋਰ ਬਹੁਤ ਕੁਝ ਲਿਖਿਆ ਗਿਆ ਹੈ ਇਸ ਕਿਤਾਬ ਵਿੱਚ। ਸੋ ਜ਼ਿਆਦਾ ਇਨਫੋਰਮੇਸ਼ਨ ਲਈ ਤੁਸੀਂ ਇਹ ਕਿਤਾਬਾਂ ਖਰੀਦ ਸਕਦੇ ਹੋ ਤੇ ਜਿਨ੍ਹਾਂ ਦੇ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ। ਤੇ ਇਹਨਾਂ ਦੇ ਵਿੱਚ ਬਹੁਤ ਸਾਰੇ ਵਿਸ਼ਿਆਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਤੇ ਅੱਗੇ ਗੱਲ ਕਰਦੇ ਹਾਂ ਸਹੁੰ ਕਿਵੇਂ ਸ਼ੁਰੂ ਹੋਈ। ਪੁਰਾਣੇ ਸਮਿਆਂ ਵਿੱਚ ਜਦੋਂ ਅਦਾਲਤਾਂ ਨਹੀਂ ਹੁੰਦੀਆਂ ਸੀ ਤਾਂ ਲੋਕ ਆਪਣੀ ਹਿੰਮਤ ਤੇ ਸਮਰੱਥਾ ਦੇ ਅਨੁਸਾਰ ਆਪਣੇ ਨਾਲ ਹੋਈ ਵਧੀਕੀ ਦਾ ਇਲਾਜ ਆਪ ਹੀ ਕਰ ਲੈਂਦੇ ਸੀ। ਉਦਾਹਰਨ ਵਜੋਂ ਜਦੋਂ ਤਕੜੇ ਲੋਕ ਧੀਆਂ ਚੁੱਕ ਕੇ ਲੈ ਜਾਂਦੇ ਸਨ ਤਾਂ ਇਹ ਸਮੱਸਿਆ ਦਾ ਹੱਲ ਵਿਆਹ ਦੀ ਪ੍ਰਥਾ ਵਿੱਚ ਸਾਹਮਣੇ ਆਇਆ, ਜਿਹੜਾ ਕਿ ਅਸਲ ਵਿੱਚ ਕਿਸੇ ਦੀ ਧੀ ਲਿਆਉਣ ਦਾ ਹੀ ਸਨਮਾਨਿਤ ਰੂਪ ਹੁੰਦਾ ਹੈ। ਤੇ ਇਹ ਸਮਾਜ ਬਾਰੇ ਹੀ ਕਿਹਾ ਜਾਂਦਾ ਸੀ ਕਿ ਜਦੋਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਂਦਾ ਸੀ। ਤੇ ਜਿਵੇਂ ਜਿਵੇਂ ਸਮਾਜ ਨੇ ਤਰੱਕੀ ਕੀਤੀ ਤਿਉਂ-ਤਿਉਂ ਉਹਨਾਂ ਨਿਯਮਾਂ ਦਾ ਨਿਰਮਾਣ ਹੋਇਆ ਤੇ ਪਹਿਲਾਂ ਜਹੀ ਸਥਿਤੀ ਵਿੱਚ ਬਹੁਤ ਝਗੜਿਆਂ ਦਾ ਨਿਪਟਾਰਾ ਸਹੁੰ ਖਾ ਕੇ ਕਰ ਲਿਆ ਜਾਂਦਾ ਸੀ। ਤੇ ਉਸ ਸਮੇਂ ਸਹੁੰ ਦੇ ਅਰਥ ਇਹ ਸੀ ਕਿ ਦੋਵੇਂ ਧਿਰਾਂ ਕਿਸੇ ਦੈਵੀ ਸ਼ਕਤੀ ਮਤਲਬ ਤੀਜੀ ਧਿਰ ਪਰਮਾਤਮਾ ਸਾਹਮਣੇ ਹੋ ਕੇ ਫੈਸਲਾ ਕਰਦੀਆਂ ਸੀ। ਪਰ ਜਦੋਂ ਇੱਕ ਹੀ ਥਾਂ ਤੇ ਕਈ ਧਰਮਾਂ ਜਾਤੀਆਂ ਦੇ ਲੋਕ ਰਹਿਣ ਲੱਗ ਪਏ ਤਾਂ ਸਹੁੰ ਦਾ ਮਹੱਤਵ ਘਟਦਾ ਗਿਆ, ਕਿਉਂਕਿ ਦੂਜੇ ਦੇ ਧਰਮ ਦੇ ਸਾਹਮਣੇ ਕੋਈ ਵੀ ਸੱਚੀ ਸਹੁੰ ਨਹੀਂ ਖਾਂਦਾ ਸੀ। ਤੇ ਇਹ ਕਾਰਨ ਹੀ ਅੱਜ ਕੱਲ ਸਹੁੰ ਸਿਰਫ ਰਵਾਇਤ ਬਣ ਕੇ ਰਹਿ ਗਈ ਹੈ। ਤੇ ਕਿਹਾ ਜਾਂਦਾ ਹੈ ਕਿ ਨਾਸਤਿਕ ਲੋਕਾਂ ਲਈ ਸਹੁੰ ਦੇ ਕੋਈ ਅਰਥ ਨਹੀਂ ਹੁੰਦੇ, ਪਰ ਸ਼ਾਇਦ ਅੱਜ ਕੱਲ ਕਿਸੇ ਲਈ ਵੀ ਨਹੀਂ ਹੁੰਦੇ। ਤੇ ਅੱਗੇ ਗੱਲ ਕਰਦੇ ਹਾਂ ਈਰਖਾ ਤੇ ਸਾੜੇ ਦੀ। ਤੇ ਇਹਨੂੰ ਅੰਗਰੇਜ਼ੀ ਦੇ ਵਿੱਚ ਜੈਲਸੀ ਵੀ ਕਿਹਾ ਜਾਂਦਾ ਹੈ। ਉਰਦੂ ਤੇ ਫਾਰਸੀ ਵਿੱਚ ਸਾੜਾ ਕਰਨ ਵਾਲੇ ਵਿਅਕਤੀ ਨੂੰ ਰਕੀਬ ਕਿਹਾ ਜਾਂਦਾ ਹੈ। ਤੇ ਇਸ ਨਾਲ ਬੰਦਾ ਆਪਣੇ ਆਪ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਬੈਠਦਾ ਹੈ। ਤੇ ਪੰਜਾਬੀ ਦੇ ਵਿੱਚ ਈਰਖਾ ਤੇ ਸਾੜੇ ਦਾ ਇੱਕ ਹੀ ਮਤਲਬ ਬਣਦਾ ਹੈ, ਮਤਲਬ ਦੂਜੇ ਇਨਸਾਨ ਤੋਂ ਸੜਨ ਵਾਲਾ ਵਿਅਕਤੀ। ਤੇ ਸਾੜਾ ਕਿਸੇ ਥੱਲੇ ਵਾਲੇ ਵਿਅਕਤੀ ਤੋਂ ਨਹੀਂ ਹੁੰਦਾ, ਬਲਕਿ ਆਪ ਦੇ ਅਹੁਦੇ ਤੋਂ ਉੱਚੇ ਵਾਲੇ ਇਨਸਾਨ ਤੋਂ ਹੁੰਦਾ ਹੈ। ਤੇ ਬੇਸ਼ੱਕ ਇਹ ਵਪਾਰ ਦੇ ਵਿੱਚ ਵੀ ਹੋ ਸਕਦਾ ਹੈ। ਤੇ ਨੰਬਰ 1, ਜੇਕਰ ਤੁਹਾਡੇ ਤੋਂ ਕੋਈ ਸਾੜਾ ਕਰਦਾ ਹੈ ਤਾਂ ਇਹ ਗੱਲ ਤਾਂ ਪੱਕੀ ਹੈ ਕਿ ਤੁਸੀਂ ਉਹ ਇਨਸਾਨ ਤੋਂ ਉੱਤੇ ਹੋ, ਤਾਂ ਹੀ ਤੁਹਾਡੇ ਨਾਲ ਕੋਈ ਸਾੜਾ ਕਰ ਰਿਹਾ ਹੈ। ਤੇ ਸਾੜਾ ਤੇ ਈਰਖਾ ਬੰਦੇ ਦਾ ਇੰਨਾ ਨੁਕਸਾਨ ਕਰਦਾ ਹੈ ਇਹ ਉਸ ਨੂੰ ਪਤਾ ਨਹੀਂ ਲੱਗਦਾ। ਸੋ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਬੰਦਾ ਕਈ ਵਾਰ ਕਹਿੰਦਾ ਕਿ ਉਸ ਕੋਲ ਤਾਂ 2 ਨੰਬਰ ਦੀ ਕਮਾਈ ਹੈ, ਇਸ ਦਾ ਤੁੱਕਾ ਲੋਟ ਆ ਗਿਆ, ਜਾਂ ਉਸਨੇ ਘਰ ਬਣਾਇਆ 2 ਨੰਬਰ ਦੇ ਪੈਸੇ ਨਾਲ। ਪਰ ਕੁਦਰਤ ਕਹਿੰਦੀ ਹੈ ਕਿ ਇਸ ਬੰਦੇ ਨੂੰ ਤਾਂ ਮੈਂ ਦਿੱਤਾ ਹੈ, ਪਰ ਉਹ ਬੰਦਾ ਕਿਉਂ ਦੁਖੀ ਹੋ ਰਿਹਾ ਹੈ? ਮਤਲਬ ਉਸ ਨੂੰ ਮੇਰਾ ਦਿੱਤਾ ਸਹੀ ਨਹੀਂ ਲੱਗ ਰਿਹਾ। ਸੋ ਈਰਖਾ ਤੇ ਸਾੜਾ ਇੱਕ ਅਜਿਹੀ ਸਿਉਂਕ ਹੈ ਜੋ ਬੰਦੇ ਨੂੰ ਅੰਦਰੋਂ ਅੰਦਰੀ ਇੰਨਾ ਖਾ ਲੈਂਦੀ ਹੈ ਕਿ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰਾ ਜੋ ਨੁਕਸਾਨ ਹੋ ਰਿਹਾ ਹੈ ਉਹ ਇਸ ਕਾਰਨ ਹੋ ਰਿਹਾ ਹੈ। ਸੋ ਇਹ ਚੀਜ਼ ਬਹੁਤ ਨੁਕਸਾਨ ਕਰ ਸਕਦੀ ਹੈ। ਸੋ ਸਾੜਾ ਕਰਨ ਵਾਲਾ ਵਿਅਕਤੀ ਆਪਣੀ ਭਾਵੁਕ ਗਰੀਬੀਆਂ ਦਾ ਦੁੱਖ ਤਾਂ ਝੱਲਦਾ ਹੀ ਹੈ ਤੇ ਉਹ ਦੂਜਿਆਂ ਦੀ ਖੁਸ਼ਹਾਲੀ ਤੋਂ ਵੀ ਖਿੱਚਦਾ ਹੈ। ਸੋ ਸਾੜਾ ਕਰਨ ਵਾਲਾ ਵਿਅਕਤੀ ਦਾ ਬੇਸ਼ੱਕ ਕੋਈ ਗੁਆਂਢੀ ਜਾਂ ਰਿਸ਼ਤੇਦਾਰ ਖੁਸ਼ਹਾਲ ਜਾਂ ਸਿਹਤਮੰਦ ਜਾਂ ਖੁਸ਼ ਹੁੰਦਾ ਹੈ ਤਾਂ ਉਸੇ ਕਾਰਨ ਵਿੱਚ ਉਹ ਸਾੜਾ ਕਰਨ ਵਾਲਾ ਵਿਅਕਤੀ ਕੰਗਾਲ, ਕਮਜ਼ੋਰ ਜਾਂ ਦੁਖੀ ਹੁੰਦਾ ਹੈ। ਤੇ ਜਿੰਨੀ ਊਰਜਾ ਉਹ ਦੂਜਿਆਂ ਤੇ ਵੇਸਟ ਕਰਦਾ ਹੈ, ਉਹੀ ਊਰਜਾ ਜੇਕਰ ਉਹ ਆਪਣੇ ਕੰਮਾਂ ਤੇ ਲਾਵੇ ਤਾਂ ਉਹ ਆਪਣੀ ਜ਼ਿੰਦਗੀ ਵੀ ਉਹਨਾਂ ਤੋਂ ਬਿਹਤਰ ਕਰ ਸਕਦਾ ਹੈ। ਜਿਵੇਂ ਕਿ ਸਵਰਗ ਤੇ ਨਰਕ ਵਿੱਚ ਇਹੀ ਅੰਤਰ ਹੈ। ਮਤਲਬ ਆਮ ਲੋਕ ਜਿੰਨੀ ਮਿਹਨਤ ਸਵਰਗ ਵਿੱਚ ਜਾਣ ਲਈ ਕਰਦੇ ਨੇ, ਉਸ ਨਾਲੋਂ ਅੱਧੀ ਵੀ ਜੇਕਰ ਠੀਕ ਪਾਸੇ ਲਾ ਦੇਣ ਤਾਂ ਉਹ ਧਰਤੀ ਨੂੰ ਹੀ ਸਵਰਗ ਬਣਾ ਸਕਦੇ ਨੇ। ਤੇ ਸਾੜੇ ਤੇ ਈਰਖਾ ਦੇ ਸ਼ਿਕਾਰ ਵਿਅਕਤੀ ਨੂੰ ਆਪਣੇ ਦੁਸ਼ਮਣ ਦੀ ਨਿੰਦਾ ਸੁਣ ਕੇ ਬੜੀ ਤਸੱਲੀ ਤੇ ਖੁਸ਼ੀ ਮਿਲਦੀ ਹੈ। ਤੇ ਜਦੋਂ ਦੂਜੇ ਉਹ ਕੁਝ ਪ੍ਰਾਪਤ ਕਰ ਲੈਂਦੇ ਨੇ ਜੋ ਅਸੀਂ ਚਾਹਿਆ ਹੁੰਦਾ ਹੈ ਜਾਂ ਜਿਸ ਉੱਤੇ ਅਸੀਂ ਆਪਣਾ ਹੱਕ ਸਮਝਦੇ ਹਾਂ, ਅਜਿਹੀ ਦਿਸ਼ਾ ਵਿੱਚ ਸਾਡਾ ਰਿਸ਼ਤਾ ਸਾੜੇ ਵਾਲਾ ਹੀ ਹੋ ਸਕਦਾ ਹੈ। ਮਤਲਬ ਜਦੋਂ ਕਿਸੇ ਵਿਅਕਤੀ ਦੀ ਤਲਾਕਸ਼ੁਦਾ ਪਤਨੀ ਕਿਸੇ ਹੋਰ ਵਿਅਕਤੀ ਨਾਲ ਉਸ ਦੀ ਪਤਨੀ ਵਜੋਂ ਉਸ ਦੇ ਸਾਹਮਣੇ ਲੰਘ ਜਾਵੇ ਤਾਂ ਪਹਿਲੇ ਪਤੀ ਦੀ ਦ੍ਰਿਸ਼ਟੀ ਕੇਵਲ ਸਾੜੇ ਵਾਲੀ ਹੀ ਹੋ ਸਕਦੀ ਹੈ। ਤੇ ਕਈ ਵਾਰ ਸਥਿਤੀ ਇਸ ਹੱਦ ਤੱਕ ਵਿਗੜ ਜਾਂਦੀ ਹੈ ਕਿ ਈਰਖਾ ਵਾਲੇ ਵਿਅਕਤੀ ਨੂੰ ਕੋਈ ਵੀ ਠੀਕ ਚੀਜ਼ ਚੰਗੀ ਨਹੀਂ ਲੱਗਦੀ। ਉਸ ਨੂੰ ਕੇਵਲ ਆਪਣੀ ਸਫਲਤਾ ਖੁਸ਼ੀ ਦੇ ਸਕਦੀ ਹੈ, ਪਰ ਇਸ ਦੀ ਸੁਭਾਵਨਾ ਨਹੀਂ ਹੁੰਦੀ। ਤੇ ਇਸੇ ਕਰਕੇ ਦੂਜਿਆਂ ਦੀ ਨਿੰਦਾ ਵਿੱਚੋਂ ਅਜਿਹੇ ਵਿਅਕਤੀ ਨੂੰ ਰਸ ਮਿਲਣ ਲੱਗ ਪੈਂਦਾ ਹੈ ਤੇ ਉਸ ਦੀ ਸੋਚਣ ਅਤੇ ਸਮਝਣ ਦੀ ਪੱਧਰ ਬਦਲ ਜਾਂਦੀ ਹੈ। ਤੇ ਇਹ ਸਾਰੀਆਂ ਚੀਜ਼ਾਂ ਤੋਂ ਬੰਦਾ ਬਦਲ ਸਕਦਾ ਹੈ ਜੇਕਰ ਉਹ ਸਿਰਫ ਔਰ ਸਿਰਫ ਆਪਣੇ ਕੰਮ ਤੇ ਧਿਆਨ ਦੇਵੇ ਤੇ ਆਪਣੇ ਆਪ ਤੇ ਹੀ ਧਿਆਨ ਦੇਵੇ ਤੇ ਦੁਨੀਆ ਨੂੰ ਬਦਲਣ ਦੀ ਬਜਾਏ ਸਿਰਫ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ ਤਾਂ ਰਿਜ਼ਲਟ ਬਹੁਤ ਵੱਡੇ ਆਉਣਗੇ, ਕਿਉਂਕਿ ਉਹ ਆਪਣੇ ਆਪ ਨੂੰ ਹੀ ਉੱਚਾ ਠਾ ਲਵੇਗਾ ਤੇ ਉਸ ਦਾ ਦੂਜੇ ਨਾਲ ਜੋ ਸਾੜਾ ਹੈ ਉਹ ਖਤਮ ਹੋ ਸਕਦਾ ਹੈ। ਸੋ ਕਿਹਾ ਜਾਂਦਾ ਕਿ ਸਾੜਾ ਜਾਂ ਈਰਖਾ ਨਿਕੰਮੇ, ਕੰਮਚੋਰ, ਆਲਸੀ ਅਤੇ ਪਰਛਾਵਿਆਂ ਨਾਲ ਲੜਨ ਵਾਲੇ ਵਿਅਕਤੀਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਤੇ ਆਪਣੀਆਂ ਸੁਭਾਵਨਾਵਾਂ ਨੂੰ ਪਛਾਣਨ ਵਾਲੇ ਵਿਅਕਤੀ, ਮਤਲਬ ਆਪਣੇ ਗੁਣ ਤੇ ਮਿਹਨਤ ਨਾਲ ਅੱਗੇ ਵਧਣ ਵਾਲੇ ਵਿਅਕਤੀ ਈਰਖਾ ਤੇ ਸਾੜੇ ਦਾ ਸ਼ਿਕਾਰ ਨਹੀਂ ਹੁੰਦੇ। ਸਗੋਂ ਅਜਿਹੇ ਵਿਅਕਤੀ ਆਪ ਤਾਂ ਪ੍ਰਸ਼ੰਸਾਯੋਗ ਹੁੰਦੇ ਹੀ ਨੇ ਤੇ ਇਹਨਾਂ ਵਿੱਚ ਦੂਜਿਆਂ ਦੀ ਪ੍ਰਸ਼ੰਸਾ ਕਰਨ ਅਤੇ
ਸਹਿਯੋਗ ਦੇਣ ਦੀ ਦਲੇਰੀ ਵੀ ਹੁੰਦੀ ਹੈ। ਤੇ ਅਸਲ ਵਿੱਚ ਇੱਕ ਪੱਖ ਇਹ ਵੀ ਹੈ ਕਿ ਜੇਕਰ ਕੋਈ ਬਹੁਤ ਪੈਸੇ ਵਾਲਾ ਜਾਂ ਬਹੁਤ ਵੱਡਾ ਅਮੀਰ ਹੈ, ਪਰ ਜੇਕਰ ਤੁਸੀਂ ਉਸ ਦੇ ਕੋਲ ਖੜੇ ਆਪਣੇ ਆਪ ਨੂੰ ਛੋਟਾ ਮਹਿਸੂਸ ਕਰੋ ਤਾਂ ਉਹ ਅਮੀਰ ਨਹੀਂ ਮੰਨਿਆ ਜਾਵੇਗਾ, ਕਿਉਂਕਿ ਅਮੀਰ ਉਹ ਹੁੰਦਾ ਹੈ ਜੋ ਆਪਣੇ ਨਾਲ ਖੜੇ ਵਿਅਕਤੀ ਨੂੰ ਛੋਟਾ ਮਹਿਸੂਸ ਨਾ ਕਰਾਵੇ। ਸੋ ਇਹ ਵਿਸ਼ੇ ਤੇ ਵੀ ਬਹੁਤ ਲੰਬਾ ਚੌੜਾ ਲਿਖਿਆ ਗਿਆ ਹੈ ਇਸ ਕਿਤਾਬ ਦੇ ਵਿੱਚ, ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹ ਕਿਤਾਬ ਵੀ ਪੜ੍ਹ ਸਕਦੇ ਹੋ। ਸੋ ਇਹਨਾਂ ਕਿਤਾਬਾਂ ਦੇ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ। ਸੋ ਇਹ ਸਾਡੇ ਲਈ ਬਹੁਤ ਵੱਡੀ ਓਪਰਚੁਨਿਟੀ ਹੈ, ਕਿਉਂਕਿ ਅਸੀਂ ਇੱਕ ਬੰਦੇ ਦੇ ਕਈ ਸਾਲ ਦੇ ਤਜਰਬਿਆਂ ਨੂੰ ਸਿਰਫ ਕੁਝ ਕੁ ਘੰਟਿਆਂ ਵਿੱਚ ਪੜ੍ਹ ਸਕਦੇ ਹਾਂ ਕਿਤਾਬਾਂ ਰਾਹੀਂ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਾੜਾ ਤੇ ਈਰਖਾ ਜਦੋਂ ਤੱਕ ਸਾਡੇ ਅੰਦਰ ਰਹਿਣਗੇ ਉਦੋਂ ਤੱਕ ਅਸੀਂ ਤਰੱਕੀ ਦੇ ਰਾਹ ਤੇ ਨਹੀਂ ਆ ਸਕਦੇ। ਤੇ ਇਹ ਵਿਸ਼ੇ ਤੇ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਕਿ ਪੋਜ਼ਿਟਿਵ ਸੋਚ, ਐਫਰਮੇਸ਼ਨ, ਵਿਲ ਪਾਵਰ ਮਤਲਬ ਆਕਰਸ਼ਣ ਸਾਡੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਬਦਲਾਅ ਲਿਆ ਸਕਦਾ ਹੈ। ਸੋ ਜਿੰਨੇ ਵੀ ਲੋਕ ਆਪਣੀ ਦੁਨੀਆ ਵਿੱਚ ਕਾਮਯਾਬ ਹੋਏ ਨੇ ਉਹਨਾਂ ਨੇ ਸਿਰਫ ਸੋਚਣ ਦਾ ਢੰਗ ਬਦਲਿਆ ਹੈ। ਸੋ ਕਹਿਣ ਦਾ ਮਤਲਬ ਕਿ ਅੱਜ ਕੋਈ ਵੀ ਬੰਦਾ ਜਿੱਥੇ ਵੀ ਹੈ, ਜਿਹੜੇ ਵੀ ਅਹੁਦੇ ਤੇ ਹੈ, ਉਹ ਆਪਣੀ ਸਿਰਫ ਸੋਚ ਦੇ ਕਾਰਨ ਹੈ। ਮਤਲਬ ਚੰਗੀ ਸੋਚ ਤੁਹਾਨੂੰ ਤਰੱਕੀ ਦੇ ਰਾਹ ਤੇ ਲੈ ਕੇ ਹੀ ਜਾਵੇਗੀ, ਬੇਸ਼ੱਕ ਤੁਹਾਡੀ ਮੰਜ਼ਿਲ ਕਿੰਨੀ ਵੀ ਦੂਰ ਹੋਵੇ। ਸੋ ਸੋਚ ਨੂੰ ਬਦਲਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਥੋੜੀ ਔਖੀ ਹੈ। ਸਭ ਤੋਂ ਪਹਿਲਾ ਸਟੈਪ ਇਹ ਹੈ ਕਿ ਚੰਗਾ ਸੋਚਣਾ, ਆਪਣੇ ਕੰਮ ਤੇ ਫੋਕਸ ਕਰਨਾ ਤੇ ਨੈਗੇਟਿਵ ਲੋਕਾਂ ਤੇ ਨੈਗੇਟਿਵ ਗੱਲਾਂ ਤੋਂ ਬਹੁਤ ਜ਼ਿਆਦਾ ਦੂਰ ਰਹਿਣਾ। ਤੇ ਉਸ ਤੋਂ ਕੁਝ ਦਿਨਾਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਾਦੂ ਦੇਖ ਸਕਦੇ ਹੋ। ਤੇ ਬਹੁਤ ਸਾਰੇ ਯਾਰ ਮਿੱਤਰ ਇਹ ਆਈਡੀਆ ਨੂੰ ਪਹਿਲਾਂ ਹੀ ਵਰਤ ਰਹੇ ਹੋਣਗੇ, ਸੋ ਉਹ ਸਾਰੇ ਕਮੈਂਟ ਕਰਕੇ ਆਪਣੇ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਕਿ ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਹੈ ਸਿਰਫ ਪੋਜ਼ਿਟਿਵ ਸੋਚ ਕਾਰਨ। ਸੋ ਅਸੀਂ ਉਹਨਾਂ ਦੇ ਐਕਸਪੀਰੀਅੰਸ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕਰਾਂਗੇ। ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।